Hello dear students, how are you? Hope you are doing good. ਲਾਸਟ ਟੌਪਿਕ ਦੇ ਵਿੱਚ ਅਸੀਂ ਗੱਲ ਕੀਤੀ ਸੀ PN ਜੰਕਸ਼ਨ ਡਾਇਓਡ ਅੰਡਰ ਫਾਰਵਰਡ ਬਾਇਸ ਐਂਡ ਅੰਡਰ ਰਿਵਰਸ ਬਾਇਸ। ਫਾਰਵਰਡ ਬਾਇਸ ਦੇ ਵਿੱਚ ਦੇਖੋ ਕੀ ਹੁੰਦਾ ਹੈ ਕਿ ਅਸੀਂ ਡਾਇਓਡ ਦੀ ਜੋ P ਸਾਈਡ ਹੈ ਉਸ ਨੂੰ ਕਨੈਕਟ ਕਰਦੇ ਹਾਂ ਪੋਜ਼ਿਟਿਵ ਟਰਮੀਨਲ ਆਫ ਬੈਟਰੀ ਨਾਲ ਤੇ N ਸਾਈਡ ਨੂੰ ਕਨੈਕਟ ਕਰਦੇ ਹਾਂ ਨੈਗੇਟਿਵ ਟਰਮੀਨਲ ਆਫ ਬੈਟਰੀ ਨਾਲ। ਇਸ ਤਰੀਕੇ ਨਾਲ ਇਸ ਦੇ ਨਾਲ ਕੀ ਹੁੰਦਾ ਹੈ ਕਿ ਜੋ ਵਿੱਚ ਡਿਪਲੀਸ਼ਨ ਲੇਅਰ ਹੁੰਦੀ ਹੈ, ਜੋ ਵਿੱਚ ਜੰਕਸ਼ਨ ਬੈਰੀਅਰ ਹੁੰਦਾ ਉਹ ਥਿਨ ਹੋ ਜਾਂਦਾ ਹੈ ਤੇ ਡਾਇਓਡ ਈਜ਼ੀਲੀ ਕੰਡਕਟ ਕਰਦਾ ਹੈ। ਜੇ ਅਸੀਂ ਇਸ ਦਾ ਗ੍ਰਾਫ ਦੇਖੀਏ ਤਾਂ ਇਹ ਫਾਰਵਰਡ ਬਾਇਸ ਦਾ ਗ੍ਰਾਫ ਹੈ। VI ਕਰੈਕਟਰਿਸਟਿਕਸ ਅਸੀਂ ਕੀਤੇ ਸੀ ਲਾਸਟ ਟੌਪਿਕ ਦੇ ਵਿੱਚ ਕਿ ਪਹਿਲਾਂ ਲੋ ਵੋਲਟੇਜ ਤੇ ਜੇ ਸਾਡੀ ਵੋਲਟੇਜ ਕਟ ਇਨ ਵੋਲਟੇਜ ਤੋਂ ਘੱਟ ਹੈ ਤਾਂ ਕਰੰਟ ਫਲੋ ਨਹੀਂ ਕਰਦਾ, ਨੈਗਲੀਜੀਬਲ ਅਮਾਊਂਟ ਆਫ ਕਰੰਟ ਫਲੋ ਕਰਦਾ ਹੈ। ਤੇ ਜਦੋਂ ਸਾਡੀ ਵੋਲਟੇਜ ਕਟ ਇਨ ਵੋਲਟੇਜ ਤੋਂ ਅਪਲਾਈਡ ਵੋਲਟੇਜ ਵੱਧ ਜਾਂਦੀ ਹੈ ਤਾਂ ਕਰੰਟ ਬੜੀ ਈਜ਼ੀਲੀ ਫਲੋ ਕਰਦਾ ਹੈ। ਫਾਰਵਰਡ ਬਾਇਸ ਦੇ ਵਿੱਚ ਡਾਇਓਡ ਦਾ ਰੈਜ਼ਿਸਟੈਂਸ ਬਹੁਤ ਲੋ ਹੁੰਦਾ ਹੈ। ਠੀਕ ਹੈ, ਜੇ ਅਸੀਂ ਗੱਲ ਕਰਦੇ ਹਾਂ ਰਿਵਰਸ ਬਾਇਸ ਦੀ ਤਾਂ ਰਿਵਰਸ ਬਾਇਸ ਦੇ ਵਿੱਚ ਕੀ ਚੀਜ਼ ਹੁੰਦੀ ਹੈ ਕਿ ਅਸੀਂ P ਸਾਈਡ ਨੂੰ ਕਨੈਕਟ ਕਰਦੇ ਹਾਂ ਬੈਟਰੀ ਦੇ ਨੈਗੇਟਿਵ ਟਰਮੀਨਲ ਨਾਲ ਤੇ N ਸਾਈਡ ਨੂੰ ਕਨੈਕਟ ਕਰਦੇ ਹਾਂ ਬੈਟਰੀ ਦੇ ਪੋਜ਼ਿਟਿਵ ਟਰਮੀਨਲ ਨਾਲ। ਅਸੀਂ ਕੀ ਕਰ ਰਹੇ ਹਾਂ ਕਿ ਬੈਰੀਅਰ ਨੂੰ ਸਪੋਰਟ ਕਰ ਰਹੇ ਹਾਂ। ਠੀਕ ਹੈ, ਤੇ ਇਹਦੇ ਨਾਲ ਬੈਰੀਅਰ ਜਿਹੜਾ ਵਾਈਡ ਹੋ ਜਾਂਦਾ ਹੈ ਤਾਂ ਜੋ ਮੈਜੋਰਿਟੀ ਕੈਰੀਅਰਸ ਹੈ ਉਸ ਨੂੰ ਕ੍ਰੋਸ ਨਹੀਂ ਕਰਦੇ। ਕਰੰਟ ਜੋ ਹੈ ਮਾਈਨੋਰਿਟੀ ਕੈਰੀਅਰਸ ਕਰਕੇ ਫਲੋ ਕਰਦਾ ਹੈ। ਤੇ ਜੇ ਅਸੀਂ ਇਸ ਦਾ ਗ੍ਰਾਫ ਦੇਖਦੇ ਹਾਂ ਤਾਂ ਇਹਦੇ ਵਿੱਚ ਅਪਲਾਈਡ ਵੋਲਟੇਜ ਲਾਰਜ ਹੋਣ ਦੇ ਬਾਵਜੂਦ ਬਹੁਤ ਲੋ ਕਰੰਟ ਫਲੋ ਕਰਦਾ ਹੈ ਇਨ ਮਾਈਕਰੋ ਐਂਪੀਅਰਸ। ਠੀਕ ਹੈ, ਇਸ ਨੂੰ ਅਸੀਂ ਰਿਵਰਸ ਸੈਚੂਰੇਸ਼ਨ ਕਰੰਟ ਕਿਹਾ ਸੀ ਤੇ ਕਰੰਟ ਬਹੁਤ ਨੈਗਲੀਜੀਬਲੀ ਸਮਾਲ ਹੈ। ਤੇ ਇਹ ਬ੍ਰੇਕਡਾਊਨ ਵੋਲਟੇਜ ਜਿੱਥੇ ਜਾ ਕੇ ਬ੍ਰੇਕਡਾਊਨ ਹੁੰਦੀ ਹੈ, ਜਿਸ ਜਗ੍ਹਾ 'ਤੇ ਜਾ ਕੇ ਡਾਇਓਡ ਜੋ ਹੈ ਨਾਰਮਲ PN ਜੰਕਸ਼ਨ ਡਾਇਓਡ ਇਸ ਰੇਂਜ ਦੇ ਵਿੱਚ ਡੈਮੇਜ ਹੋ ਜਾਂਦਾ ਹੈ ਕਿਉਂਕਿ ਲਾਰਜ ਅਮਾਊਂਟ ਆਫ ਹੀਟ ਪ੍ਰੋਡਿਊਸ ਹੁੰਦੀ ਹੈ। ਤਾਂ ਅਸੀਂ ਉਸ ਨੂੰ ਇਸ ਰੇਂਜ ਦੇ ਵਿੱਚ ਹੀ ਓਪਰੇਟ ਕਰਨਾ ਹੁੰਦਾ ਹੈ ਤੇ ਇਹਦੇ ਵਿੱਚ ਜੋ ਕਰੰਟ ਫਲੋ ਕਰ ਰਿਹਾ ਦੈਟ ਇਜ਼ ਵੈਰੀ ਸਮਾਲ। ਤੇ ਅਸੀਂ ਗੱਲ ਕੀਤੀ ਸੀ ਕੱਲ੍ਹ ਇੱਕ ਕਨਕਲੂਜਨ ਕੱਢਿਆ ਸੀ। ਵਟ ਇਜ਼ ਦੈਟ ਕਨਕਲੂਜਨ ਕਿ ਜੋ ਜੰਕਸ਼ਨ ਹੈ, ਜੋ PN ਜੰਕਸ਼ਨ ਡਾਇਓਡ ਹੈ ਉਹ ਫਾਰਵਰਡ ਬਾਇਸ ਦੇ ਵਿੱਚ ਉਸ ਦਾ ਰੈਜ਼ਿਸਟੈਂਸ ਬਹੁਤ ਲੋ ਹੈ ਐਜ਼ ਕੰਪੇਅਰ ਟੂ ਰਿਵਰਸ ਬਾਇਸ ਰੈਜ਼ਿਸਟੈਂਸ। ਤਾਂ ਰਿਵਰਸ ਬਾਇਸ ਦੇ ਵਿੱਚ ਰੈਜ਼ਿਸਟੈਂਸ ਬਹੁਤ ਹਾਈ ਹੈ ਤੇ ਇਸ ਨੂੰ ਅਸੀਂ ਯੂਜ਼ ਕਰਾਂਗੇ ਰਿਐਕਟੀਫਿਕੇਸ਼ਨ ਆਫ AC ਵੋਲਟੇਜਸ। ਠੀਕ ਹੈ, ਤੇ ਅੱਜ ਅਸੀਂ ਇਹੀ ਟੌਪਿਕ ਕਰਨਾ ਹੈ ਜੀ। ਅੱਜ ਦਾ ਸਾਡਾ ਜਿਹੜਾ ਟੌਪਿਕ ਹੈ ਉਹ ਹੈ ਐਪਲੀਕੇਸ਼ਨ ਆਫ ਜੰਕਸ਼ਨ ਡਾਇਓਡ ਐਜ਼ ਕਿ ਅਸੀਂ ਜੰਕਸ਼ਨ ਡਾਇਓਡ ਨੂੰ ਯੂਜ਼ ਕਰ ਰਹੇ ਹਾਂ PN ਜੰਕਸ਼ਨ ਡਾਇਓਡ ਨੂੰ ਐਜ਼ ਅ ਰੈਕਟੀਫਾਇਰ। ਕਿ ਰੈਕਟੀਫਾਇਰ ਇੱਕ ਡਿਵਾਈਸ ਹੈ, ਕੀ ਕੰਮ ਕਰਦਾ ਹੈ ਜੀ ਅਸੀਂ ਇਹ ਸਮਝਣਾ ਹੈ। ਪਹਿਲਾਂ ਤਾਂ ਜੀ ਇਸ ਦਾ ਪ੍ਰਿੰਸੀਪਲ ਕੀ ਹੈ, ਕਿਸ ਪ੍ਰਿੰਸੀਪਲ 'ਤੇ ਬੇਸਡ ਹੈ ਉਹ ਅਸੀਂ ਆਲਰੇਡੀ ਕੱਲ੍ਹ ਗੱਲ ਕਰ ਚੁੱਕੇ ਹਾਂ ਕਿ ਜੋ ਡਾਇਓਡ ਹੈ ਉਹ ਫਾਰਵਰਡ ਬਾਇਸ ਦੇ ਵਿੱਚ ਉਸ ਦਾ ਰੈਜ਼ਿਸਟੈਂਸ ਬਹੁਤ ਲੋ ਹੈ, ਰਿਵਰਸ ਬਾਇਸ ਦੇ ਵਿੱਚ ਉਸ ਦਾ ਰੈਜ਼ਿਸਟੈਂਸ ਬਹੁਤ ਹਾਈ ਹੈ। ਇਸ ਦਾ ਮਤਲਬ ਅਸੀਂ ਇਹ ਕਹਿ ਸਕਦੇ ਹਾਂ ਕਿ ਡਾਇਓਡ ਸਿਰਫ ਫਾਰਵਰਡ ਬਾਇਸ ਦੇ ਵਿੱਚ ਹੀ ਕੰਡਕਟ ਕਰਦਾ ਹੈ ਤੇ ਰਿਵਰਸ ਬਾਇਸ ਦੇ ਵਿੱਚ ਕੰਡਕਟ ਨਹੀਂ ਕਰਦਾ। ਤਾਂ ਇਟ ਅਲਾਉਜ਼ ਕਰੰਟ ਟੂ ਪਾਸ ਓਨਲੀ ਵੈਨ ਇਟ ਇਜ਼ ਫਾਰਵਰਡ ਬਾਇਸ। ਕਿ ਜਦੋਂ ਇਹ ਫਾਰਵਰਡ ਬਾਇਸ ਹੈ, ਦੇਖੋ ਪਹਿਲਾਂ ਤਾਂ ਅਸੀਂ DC ਵੋਲਟੇਜ ਅਪਲਾਈ ਕਰ ਰਹੇ ਸੀ, ਹੁਣ ਜੇ ਅਸੀਂ AC ਵੋਲਟੇਜ ਦੀ ਗੱਲ ਕਰਦੇ ਹਾਂ ਅਲਟਰਨੇਟਿੰਗ ਵੋਲਟੇਜ ਤਾਂ ਫਿਰ ਕੀ ਹੋਏਗਾ ਕਿਉਂਕਿ ਆਲਟਰਨੇਟ ਵੋਲਟੇਜ ਵੇਰੀ ਕਰੇਗੀ। ਦੇਖੋ ਅਸੀਂ ਇੱਕ ਡਾਇਗਰਾਮ ਦੇ ਨਾਲ ਸਮਝਦੇ ਹਾਂ, ਇਹ ਅਲਟਰਨੇਟ ਵੋਲਟੇਜ ਹੈ ਜੋ ਕਿ ਵੇਰੀ ਕਰ ਰਹੀ ਹੈ। ਮਤਲਬ ਇੱਕ ਹਾਫ ਸਾਈਕਲ ਜੋ ਹੈ ਪੋਜ਼ਿਟਿਵ ਹੈ, ਅਗਲਾ ਹਾਫ ਸਾਈਕਲ ਨੈਗੇਟਿਵ ਹੈ, ਫਿਰ ਪੋਜ਼ਿਟਿਵ ਫਿਰ ਨੈਗੇਟਿਵ। ਤਾਂ ਇਹ AC ਵੋਲਟੇਜ ਹੈ। AC ਵੋਲਟੇਜ ਬਾਰੇ ਅਸੀਂ ਗੱਲ ਕਰ ਚੁੱਕੇ ਹਾਂ 4th ਯੂਨਿਟ ਦੇ ਵਿੱਚ। ਦੇਖੋ ਰੈਕਟੀਫਾਇਰ ਦੀ ਡਾਇਗਰਾਮ ਬੜੀ ਸਿੰਪਲ ਜਿਹੀ ਡਾਇਗਰਾਮ ਹੈ। ਇਹ ਸਾਡੀ AC ਇਨਪੁਟ ਹੈ, ਇਨਪੁਟ ਸਪਲਾਈ। ਠੀਕ ਹੈ, ਉਸ ਨੂੰ ਅਸੀਂ ਟਰਾਂਸਫਾਰਮਰ ਦੀ ਪ੍ਰਾਇਮਰੀ ਕੋਇਲ ਦੇ ਕ੍ਰੋਸ ਲਗਾ ਦਿੰਦੇ ਹਾਂ। ਠੀਕ ਹੈ, ਇਹ ਸਾਡਾ ਸਟੈਪ ਡਾਊਨ ਟਰਾਂਸਫਾਰਮਰ ਹੈ ਅਤੇ ਇਸ ਨੂੰ ਅਸੀਂ ਟਰਾਂਸਫਾਰਮਰ ਦੀ ਪ੍ਰਾਇਮਰੀ ਕੋਇਲ ਦੇ ਕ੍ਰੋਸ ਲਗਾ ਦਿੰਦੇ ਹਾਂ। ਠੀਕ ਹੈ, ਤਾਂ ਟਰਾਂਸਫਾਰਮਰ ਦੇ ਵਿੱਚ ਜਦੋਂ ਸੈਕੰਡਰੀ ਕੋਇਲ 'ਤੇ ਵੋਲਟੇਜ ਅਪੀਅਰ ਹੁੰਦੀ ਹੈ AC ਵੋਲਟੇਜ, ਤਾਂ ਉਸ ਦੇ ਨਾਲ ਅਸੀਂ ਇੱਕ ਡਾਇਓਡ ਲਗਾ ਦਿੰਦੇ ਹਾਂ। ਦੇਖੋ ਇਹ ਡਾਇਓਡ ਲੱਗਿਆ ਜੀ ਸਾਡਾ PN ਜੰਕਸ਼ਨ ਡਾਇਓਡ। ਠੀਕ ਹੈ, ਤੇ ਉਸ ਦੇ ਨਾਲ ਆਊਟਪੁੱਟ ਰੈਜ਼ਿਸਟੈਂਸ ਲੱਗਿਆ ਜਿੱਥੋਂ ਅਸੀਂ ਆਊਟਪੁੱਟ ਲੈਣੀ ਹੈ ਅਤੇ ਉਹਨੂੰ ਦੂਸਰੇ ਐਂਡ ਨੂੰ ਫਿਰ ਟਰਾਂਸਫਾਰਮਰ ਦੀ ਸੈਕੰਡਰੀ ਕੋਇਲ ਨਾਲ ਜੁਆਇਨ ਕੀਤਾ ਹੋਇਆ। ਅਸੀਂ ਇਹ ਵਾਲੀ AC ਵੋਲਟੇਜ ਇਸ ਦੇ ਕ੍ਰੋਸ ਅਪਲਾਈ ਕਰ ਰਹੇ ਹਾਂ। ਮਤਲਬ ਪਹਿਲਾਂ ਜਦੋਂ ਪੋਜ਼ੀਟਿਵ ਹਾਫ ਸਾਈਕਲ ਆਏਗਾ, ਮਤਲਬ ਇੱਥੇ ਪੋਜ਼ੀਟਿਵ ਹੈ ਸਪੋਜ਼ ਕਰੋ, ਇੱਥੇ ਨੈਗੇਟਿਵ ਹੈ, ਅਤੇ ਜਦੋਂ ਇੱਥੇ ਪੋਜ਼ੀਟਿਵ ਹੋਏਗਾ ਇੱਧਰ ਨੈਗੇਟਿਵ ਹੋਏਗਾ ਅਤੇ ਡਾਇਓਡ ਦਾ ਇਹ ਵਾਲਾ ਐਂਡ ਪੋਜ਼ੀਟਿਵ ਨਾਲ ਜੁਆਇਨ ਹੋ ਗਿਆ P ਐਂਡ ਜੋ ਹੈ, ਤਾਂ ਫਸਟ ਹਾਫ ਸਾਈਕਲ ਦੇ ਵਿੱਚ ਡਾਇਓਡ ਫਾਰਵਰਡ ਬਾਇਸ ਹੋ ਜਾਏਗਾ। ਠੀਕ ਹੈ, ਤੇ ਡਾਇਓਡ ਕੰਡਕਟ ਕਰੇਗਾ, ਐਰੋ ਲੱਗੇ ਜੀ, ਕਰੰਟ ਇਸ ਡਾਇਰੈਕਸ਼ਨ ਦੇ ਵਿੱਚ ਫਲੋ ਕਰੇਗਾ। ਤੇ
ਇਹਦਾ ਮਤਲਬ ਇਹਦੇ ਵਿੱਚੋਂ ਕਰੰਟ ਫਲੋ ਕਰ ਰਿਹਾ ਤਾਂ ਅਸੀਂ ਇੱਥੇ ਕਰੰਟ ਨੋਟ ਕਰ ਰਹੇ ਹਾਂ, ਇਹ ਸਾਡੀ ਆਊਟਪੁੱਟ ਆ ਰਹੀ ਹੈ। ਤੇ ਜਿਵੇਂ ਜਿਵੇਂ ਕਰੰਟ ਇਹਦੇ ਵਿੱਚੋਂ ਪਾਸ ਕਰ ਰਿਹਾ ਜੀ ਡਾਇਓਡ ਚੋਂ, ਉਵੇਂ ਉਵੇਂ ਸਾਡੇ ਕੋਲੇ ਆਊਟਪੁੱਟ ਆ ਰਹੀ ਹੈ। ਬਟ ਜਦੋਂ ਸੈਕਿੰਡ ਹਾਫ ਸਾਈਕਲ ਆ ਜਾਏਗਾ AC ਵੋਲਟੇਜ ਦਾ ਜੋ ਅਸੀਂ ਅਪਲਾਈ ਕੀਤੀ ਹੈ ਅਲਟਰਨੇਟਿੰਗ ਵੋਲਟੇਜ, ਤਾਂ ਡਾਇਓਡ ਜਿਹੜਾ ਹੈ ਉਹ ਰਿਵਰਸ ਬਾਇਸ ਹੋ ਜਾਏਗਾ। ਮਤਲਬ ਇਹ ਵਾਲਾ ਐਂਡ ਨੈਗੇਟਿਵ ਹੈ, ਅਸੀਂ ਨੈਗੇਟਿਵ ਵੋਲਟੇਜ ਅਪਲਾਈ ਕਰ ਰਹੇ ਹਾਂ ਤਾਂ P ਕਨੈਕਟ ਹੋ ਗਿਆ ਜੀ ਨੈਗੇਟਿਵ ਨਾਲ, ਠੀਕ ਹੈ। ਤੇ ਡਾਇਓਡ ਜੋ ਹੈ ਕੀ ਹੋ ਗਿਆ, ਰਿਵਰਸ ਬਾਇਸ। ਤੇ ਇਹਦਾ ਮਤਲਬ ਜਦੋਂ ਇਹ ਵਾਲੀ ਵੇਵ ਆਏਗੀ ਡਾਇਓਡ ਕੰਡਕਟ ਨਹੀਂ ਕਰੇਗਾ, ਕਿਉਂਕਿ ਰਿਵਰਸ ਬਾਇਸ ਦੇ ਵਿੱਚ ਕੰਡਕਟ ਨਹੀਂ ਕਰਦਾ, ਤਾਂ ਆਊਟਪੁੱਟ ਨਹੀਂ ਆਏਗੀ, ਠੀਕ ਹੈ। ਆਊਟਪੁੱਟ ਬਲੈਂਕ ਹੈ ਜੀ, ਖਾਲੀ ਹੈ। ਉਸ ਤੋਂ ਬਾਅਦ ਫਿਰ ਜਦੋਂ ਪੋਜ਼ਿਟਿਵ ਹਾਫ ਸਾਈਕਲ ਆਏਗਾ ਫਿਰ ਆਊਟਪੁੱਟ ਆਏਗੀ, ਫਿਰ ਨੈਗੇਟਿਵ ਹਾਫ ਸਾਈਕਲ ਆਏਗਾ ਤਾਂ ਫਿਰ ਆਊਟਪੁੱਟ ਨਹੀਂ ਆਏਗੀ। ਤਾਂ ਹਾਫ ਵੇਵ ਦੇਖੋ ਜੀ ਇਹਦੇ ਵਿੱਚ ਕੀ ਹੋ ਰਿਹਾ ਹੈ, ਹਾਫ ਵੇਵ ਇਹਦੇ ਵਿੱਚ ਰੈਕਟੀਫਾਈ ਹੋ ਰਹੀ ਹੈ। ਤਾਂ ਇਸ ਡਿਵਾਈਸ ਨੂੰ ਕੀ ਕਹਿੰਦੇ ਆ, ਹਾਫ ਵੇਵ ਰੈਕਟੀਫਾਇਰ, ਠੀਕ ਹੈ। ਕਿ ਜਦੋਂ ਅਸੀਂ AC ਨੂੰ ਲਗਾਉਂਦੇ ਆ ਅਕਰੋਸ ਦਾ ਡਾਇਓਡ, ਤਾਂ ਜਦੋਂ ਉਹ ਫਾਰਵਰਡ ਬਾਇਸ ਹੁੰਦਾ ਤਾਂ ਉਹ ਕੰਡਕਟ ਕਰਦਾ ਹੈ, ਜਦੋਂ ਉਹ ਰਿਵਰਸ ਬਾਇਸ ਹੁੰਦਾ ਤਾਂ ਕੰਡਕਟ ਨਹੀਂ ਕਰਦਾ, ਠੀਕ ਹੈ। ਇਸ ਪ੍ਰੋਪਰਟੀ ਨੂੰ ਅਸੀਂ ਕੀ ਕਹਿੰਦੇ ਆ, ਦਿਸ ਪ੍ਰੋਪਰਟੀ ਇਜ਼ ਯੂਜ਼ਡ ਟੂ ਰੈਕਟੀਫਾਈ AC ਵੋਲਟੇਜਸ, ਠੀਕ ਹੈ। ਕਈ ਵਾਰੀ ਇਹਨੂੰ ਇਹ ਵੀ ਕਿਹਾ ਜਾਂਦਾ ਹੈ AC ਨੂੰ DC ਦੇ ਵਿੱਚ ਕਨਵਰਟ ਕਰਦੀ ਹੈ, ਠੀਕ ਹੈ। ਬਟ ਉਹ ਲਾਈਨ ਟੈਕਨੀਕਲੀ ਗਲਤ ਹੋ ਜਾਂਦੀ ਹੈ, ਕਿਉਂਕਿ ਬਿਲਕੁਲ ਇਹ DC ਨਹੀਂ ਮਿਲ ਰਹੀ ਸਾਨੂੰ। ਉਹ ਕਹਿੰਦੇ ਜੀ ਇਹ AC ਹੈ ਤੇ ਇਹ DC ਹੈ। DC ਬਿਲਕੁਲ ਸਟ੍ਰੇਟ ਲਾਈਨ ਹੁੰਦੀ ਹੈ, ਠੀਕ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ AC ਨੂੰ ਰੈਕਟੀਫਾਈ ਕਰਦੀ ਹੈ, ਜੋ ਉਸਦਾ ਨੈਗੇਟਿਵ ਪੋਰਸ਼ਨ ਹੈ ਉਸ ਨੂੰ ਰਿਮੂਵ ਕਰ ਦਿੰਦੀ ਹੈ, ਠੀਕ ਹੈ। ਤਾਂ ਇਸ ਨੂੰ ਹਾਫ ਵੇਵ ਰੈਕਟੀਫਾਇਰ ਅਸੀਂ ਨਾਮ ਦਿੰਦੇ ਹਾਂ, ਕਿਉਂਕਿ ਇਹਦੇ ਵਿੱਚ ਹਾਫ ਵੇਵ ਜਿਹੜੀ ਹੈ ਉਹ ਰੈਕਟੀਫਾਈ ਹੁੰਦੀ ਹੈ। ਇੱਕ ਡਾਇਰੈਕਸ਼ਨ ਦੇ ਵਿੱਚ ਓਨਲੀ ਇਨ ਵਨ ਡਾਇਰੈਕਸ਼ਨ ਡਾਇਓਡ ਜਿਹੜਾ ਉਹ ਕੰਡਕਟ ਕਰਦਾ ਹੈ, ਤੇ ਫਸਟ ਹਾਫ ਸਾਈਕਲ ਲਈ ਕੰਡਕਟ ਕਰੇਗਾ ਜਿਹੜਾ ਪੋਜ਼ਿਟਿਵ ਹਾਫ ਸਾਈਕਲ ਹੈ, ਤੇ ਨੈਗੇਟਿਵ ਹਾਫ ਸਾਈਕਲ ਲਈ ਕੰਡਕਟ ਨਹੀਂ ਕਰੇਗਾ। ਇਸ ਦਾ ਮਤਲਬ 50% ਸਾਡੀ એનર્ਜੀ ਜਿਹੜੀ ਹੈ ਉਹ ਤਾਂ ਟੋਟਲੀ ਵੇਸਟ ਹੀ ਹੋਊਗੀ। ਬਾਕੀ 50% ਦੇ ਵਿੱਚੋਂ ਜਿੰਨੀ ਉਹਦੀ ਐਫੀਸ਼ੀਐਂਸੀ ਹੋਏਗੀ ਉਨੀ ਉਹ ਆਪਾਂ ਨੂੰ ਆਊਟਪੁੱਟ ਦੇਵੇਗਾ। ਇਸ ਦਾ ਮਤਲਬ ਜੋ ਹਾਫ ਵੇਵ ਰੈਕਟੀਫਾਇਰ ਹੈ ਉਸ ਦੀ ਐਫੀਸ਼ੀਐਂਸੀ 50% ਤੋਂ ਲੈਸ ਹੋਏਗੀ, ਠੀਕ ਹੈ। ਤਾਂ ਹੁਣ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਕਿਸ ਤਰ੍ਹਾਂ ਪੁੱਛਿਆ ਜਾਂਦਾ ਹੈ, ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈ ਜੀ ਕਿ ਗਿਵ ਦਾ ਪ੍ਰਿੰਸੀਪਲ ਕੰਸਟਰਕਸ਼ਨ ਐਂਡ ਵਰਕਿੰਗ ਆਫ ਅ ਰੈਕਟੀਫਾਇਰ। ਤਾਂ ਪ੍ਰਿੰਸੀਪਲ ਤਾਂ ਬਿਲਕੁਲ ਕਲੀਅਰ ਹੈ ਜੀ कि जो डायोड है दैट अलाउज करंट टू पास ओनली इन फॉरवर्ड बायस। दिस इज प्रिंसिपल वेरी इंपॉर्टेंट, ठीक है। तो ये इज द प्रिंसिपल है जी। कंस्ट्रक्शन इज़ वेरी मच क्लीयर फ्रॉम द डायग्राम कि जो डायग्राम दे विच गिवन है असी उसनू एज इट इज़ एक्सप्लेन कर सकते हैं कि असी AC सप्लाई लगाई है जी, उस दे नाल ट्रांसफार्मर लगाया। ट्रांसफार्मर नॉर्मली स्टैप डाउन ट्रांसफार्मर होंदा है, क्योंकि सानू जो इहदे नाल वोल्टेज चाहिए होंदी है वो लो वोल्टेज होंदी है, ठीक है। इसलिए स्टैप डाउन ट्रांसफार्मर असी यूज़ करते हैं। तो उस तो बाद एक डायोड लग्या जी, डायोड के नाल आउटपुट रजिस्टेंस लग्या। इनपुट करव तुसीं ड्रा कर देनी है, आउटपुट करव ड्रा कर देनी है, तो इसनूं एक्सप्लेन कर देना है, ठीक है जी। तो एक गल ध्यान च रखनी है कि जो वो रिवर्स वाइज होएगा तो उदों उनके अक्रॉस जो वोल्टेज है वो उनकी ब्रेकडाउन वोल्टेज तो ज़्यादा नहीं होनी चाहिए, ठीक है। तो जो पीक वोल्टेज है उसके अक्रॉस तो आप डायोड में प्रोटैक्ट भी करना है फ्रॉम रिवर्स ब्रेकडाउन, कि जो साडा ए एंड नैगेटिव होएगा तो डायोड के अक्रॉस जो वोल्टेज है दैट मस्ट बी लैस दैन रिवर्स ब्रेकडाउन वोल्टेज, ठीक है। हुण देखो जी ये हाफ वेव सिर्फ रैक्टिफाई हुई है, हाफ वेव तो खत्म ही हो गई। तो इस तरह के डायोड का कोई इस तरह के रैक्टिफायर का कोई ज़्यादा यूज़ नहीं है। तो फिर असी इसमें थोड़ा जिहा इंप्रूव करते हैं। नैक्सट टॉपिक करते हैं जी फुल वेव रैक्टिफायर। देखो जी असी फुल वेव रैक्टिफायर यूज़ करते हैं। तो फुल वेव रैक्टिफायर दे विच की कीता जांदा है, किसी तरीके दे नाल इस तरह का मैकेनिज्म बनाया जाता है, दो डायोड लगा के कि पूरी वेव मिलेगी सानू आउटपुट ते। देखो देखो जी, तो इहदे विच जिहड़ा स्टार्टिंग वाला पार्ट है वही है जी। इन्होंने इनपुट शो नहीं की जी कि इत्थे AC इनपुट है, ये इनपुट सप्लाई लगाई है, आप सर्किट कंप्लीट कर देते हैं जो इन्होंने छड्डिया आप, ठीक है जी। ये इनपुट है जो AC इनपुट असी दे रहे हैं, दिस इज़ इनपुट वेव फॉर्म, ठीक है। उस दे नाल सेम वे दे नाल ट्रांसफार्मर लग्या, ट्रांसफार्मर दे नाल एक उपरले एंड ते डायोड लगाता जी, एक नीचे वाले एंड ते डायोड लगाता, दो डायोड लगाते, ठीक है। क्यों लगाए जी, क्योंकि एक
पॉजिटिव हाफ साइकिल ते काम करेगा, दूजा नैगेटिव हाफ साइकिल ते काम करेगा। ठीक है, तो जो रजिस्टेंस इत्थे लगाया सीगा जी वो असीं सैपरेट करके लगाता आउटपुट रजिस्टेंस जो है। तो इहदे विच एक सेंटर टैप किया गया, देखो ट्रांसफार्मर के सेंटर चों कनैक्शन लिया गया, इनू सेंटर टैप कहते हैं। ये सेंटर टैप है तो एक जिथे इस तरह किया गया होंदा जी, इनू मतलब इहदा कनैक्शन इस वायर के नाल नहीं जुड़ रहा, इहदे उपर की वायर लंघ रही है, इहदे नाल कनैक्शन नहीं है, इनका किहदे नाल कनैक्शन है जी, इस रजिस्टेंस नाल कनैक्शन है। ठीक है, तो ये फुल वेव रेक्टिफायर की डायग्राम है। मेन चेंजिस की है कि इहदे विच वी आर यूजिंग 2 डायोड्स D1 एंड D2। ठीक है, तो सेंटर दे विच टैपिंग है। तुसीं इस रजिस्टेंस नूं इत्थे भी शो कर सकते हो जी डायरैक्ट इस तरीके नाल। ठीक है, तो मैं इनकी डायग्राम ड्रॉ कर दिना कि तुसीं इहनूं ऐ भी बना सकते हो। देखो कि ये साडे कोले इनपुट है जो सप्लाई है, इस दे नाल असीं लगाया जी ट्रांसफार्मर। ठीक है, ये सैकेंडरी कॉयल है जी ट्रांसफार्मर की, विचाले असीं म्यूचुअल इंडक्शन दी लाइनस शो कर दिंदे आ कि ये म्यूचुअल इंडक्शन है। तो इहदे नाल जी डायोड लगे है जी, दिस इज़ डायोड D1, दिस इज़ डायोड D2। ठीक है, D1 ते D2, तो इस दे नाल असीं इत्थे रजिस्टेंस लगा देंगे, इत्थे नहीं जी, इत्थे लगाना जी रजिस्टेंस सेंटर दे विच टैप करके। ठीक है, इत्थे नहीं लगाना जी। ठीक है, तो RL असीं इस जगह पर भी लगा सकते हैं, सेंटर दे विच भी शो कर सकते हैं, इक्को ही गल है, उन्होंने वो कनैक्शन बाहर कट्टता जी। ठीक है, इत्थे रजिस्टेंस नहीं है, ध्यान रखना, हम इत्थे रजिस्टेंस लगाया जी सेंटर दे विच। तो इस तरह की डायग्राम भी तुसीं ड्रॉ कर सकते हो, जो तुसीं इहनूं ईजी मनो, गल इक्को ही है जी, कोई फर्क नहीं हैगा गा। चलो जो तुसीं यही डायग्राम ड्रॉ करने हैं तो बैटर है, पर फिर याद रखिया जी इत्थे तुसीं उपर दी इहनूं टैप करना होएगा, इहनूं कनैक्ट नहीं करना होएगा। तो हुण वर्क किस तरह करेगा, देखो जो पॉजिटिव हाफ साइकिल आएगा। ठीक है, इत्थे पॉजिटिव है जी, ए एंड नैगेटिव है, तो जो ए वाला एंड पॉजिटिव होएगा तो डायोड D1 फॉरवर्ड बायस होएगा। ठीक है, मतलब फस्ट हाफ साइकिल दे विच D1 फॉरवर्ड बायस हो जाएगा तो D2 रिवर्स बायस हो जाएगा। ठीक है, इन द फस्ट हाफ साइकिल D1 गेट्स फॉरवर्ड बायस्ड एंड D2 गेट्स रिवर्स बायस। तो जिहड़ा फॉरवर्ड बायस होएगा वही कंडक्ट करेगा, D2 कंडक्ट नहीं करेगा। तो करंट किवें फ्लो करेगा, करंट इस तरह फ्लो करेगा जी, इस सर्किट च इस तरह। ठीक है, गल समझ लग रही है। हुण जो दूसरा हाफ साइकिल आएगा, आ वाला हाफ साइकिल, इस हाफ साइकिल लिए इत्थे नैगेटिव हो जाएगा जी, इत्थे पॉजिटिव हो जाएगा। तो जो इत्थे पॉजिटिव हो जाएगा, जो असीं वोल्टेज अप्लाई की दूजे हाफ साइकिल की, तो दूजे हाफ साइकिल लिए इहदे वास्ते पॉजिटिव वोल्टेज है। तो उन्होंने वेव इस तरीके नाल भी शो करती कि दूजे डायोड लिए किवें वेवफॉर्म आ रही है, दूजे डायोड नूं सारा कुछ रिवर्स अपीयर हो रहा है। ठीक है, तो दूजे डायोड लिए इहदे वास्ते वोल्टेज पॉजिटिव है, इहदे वास्ते नैगेटिव है। नैगेटिव हाफ साइकिल है, मतलब इत्थे नैगेटिव है, इत्थे पॉजिटिव है। ठीक है, तो डायोड D2 कंडक्ट करेगा सैकेंड हाफ साइकिल लिए, फस्ट डायोड कंडक्ट नहीं करेगा। तो आउटपुट किस तरह आएगा जी, करंट इदां जाएगा जी, इस डायोड जो कंडक्ट करेगा। ठीक है, बात समझ आ रहा है कि डायोड के विचों करंट पास करेगा तो एक्सटर्नल सर्किट के विचों करंट पास करेगा। हुण नोट करो, भावें इस डायोड चों करंट फ्लो कर रहा सी या इस डायोड चों करंट फ्लो कर रहा सी, आउटपुट सर्किट के विचों करंट की डायरेक्शन सेम है। ठीक है, तो सैकेंड हाफ साइकिल लिए की हो रहा है कि फॉर सैकेंड हाफ साइकिल D1 वुड नॉट कंडक्ट एंड D2 वुड कंडक्ट एंड गिव आउटपुट। ठीक है, तो सैकेंड हाफ साइकिल लिए है। तो फस्ट हाफ साइकिल की जो आउटपुट है वो इत्थे शो हो रही है, सैकेंड हाफ साइकिल की आउटपुट इत्थे शो हो रही है, ड्यू टू D1 ड्यू टू D2। तो पहले हाफ साइकिल दे विच सिर्फ D1 का रोल आएगा, दूसरे हाफ साइकिल दे विच D2 का रोल आएगा। तो साडे कोले आउटपुट ते पूरी वेवफॉर्म आ रही है। ठीक है, तो इसनूं कहंदे जी फुल वेव रैक्टिफायर। हुण जिहड़ी रैक्टिफायर दी आउटपुट है ये भी तो पल्सेटिंग है, पल्सेटिंग मतलब चेंज कर रही है, बट फर्क की पिया कि ये यूनिडायरेक्शनल होगी। इट इज़ यूनिडायरेक्शनल बट इट इज़ नॉट ऑफ स्टडी वैल्यू। ठीक है, तो यूनिडायरेक्शनल है, दो इट इज़ यूनिडायरेक्शनल बट इट डज नॉट हैव अ स्टडी वैल्यू। तो ये DC आउटपुट नहीं है, सानू DC लिए बिल्कुल स्ट्रेट लाइन चाहिए होंगी है। तो उनके लिए असी एडिशनल सर्किट लगावांगे जी, जिन्हों कहा जाता है जी फिल्टर सर्किट। ठीक है, तो इनके लिए असी एडिशनल सप्लाई लगावांगे जिन्हों कहा जाता है फिल्टर सर्किट। तो फिल्टर की करेगा जी, फिर इनू DC दे विच कन्वर्ट कर देगा। बट
दैट फिल्टर सर्किट इज़ नॉट इन आवर सिलेबस, तो सिलेबस ਦੇ ਵਿੱਚ ਨਹੀਂ ਹੈ, ਉਹਨੂੰ ਅਸੀਂ ਡਿਸਕਸ ਨਹੀਂ ਕਰਨਾ। ਐਕਚੁਅਲੀ ਫਿਲਟਰ ਸਰਕਿਟਸ ਜਿਹੜੇ ਆ ਉਹ ਕਪੈਸਿਟਰਸ ਨਾਲ ਇੰਡਕਟਰਸ ਦੇ ਨਾਲ ਬਣੇ ਹੁੰਦੇ ਆ। ਤੁਹਾਡੀ ਬੁੱਕ ਦੇ ਵਿੱਚ ਇੱਕ ਗਿਵਨ ਵੀ ਹੈ ਫਿਲਟਰ ਸਰਕਿਟ, ਠੀਕ ਹੈ। ਤਾਂ ਦੇਖੋ ਇਹ ਫਿਲਟਰ ਸਰਕਿਟ ਗਿਵਨ ਹੈ, ਦਿਸ ਇਜ਼ ਫਿਲਟਰ ਸਰਕਿਟ। ਫਿਲਟਰ ਸਰਕਿਟ ਦੇ ਵਿੱਚੋਂ ਪਾਸ ਕਰਨ ਤੋਂ ਬਾਅਦ ਆਊਟਪੁੱਟ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਲਗਭਗ, ਬਟ ਦਿਸ ਇਜ਼ ਨॉट ਇਨ ਸਿਲੇਬਸ, ਸੋ ਆਪਾਂ ਡਿਸਕਸ ਨਹੀਂ ਕਰਨਾ। ਤਾਂ ਆਪਾਂ ਇੱਥੇ ਸਿਰਫ ਡਾਇਓਡ ਦੀ ਗੱਲ ਕਰਨੀ ਹੈ ਜੀ। ਤੁਹਾਨੂੰ ਡਾਇਓਡ ਦੇ ਬੇਸਡ ਦੋ ਤਰ੍ਹਾਂ ਦੇ ਕੁਐਸਚਨਸ ਪੇਪਰ ਦੇ ਵਿੱਚ ਪੁੱਛੇ ਜਾਂਦੇ ਆ ਕਿ ਇੱਕ ਤਾਂ ਫੁੱਲ ਵੇਵ ਰੈਕਟੀਫਾਇਰ ਜੀ, ਇੱਕ ਹਾਫ ਵੇਵ ਰੈਕਟੀਫਾਇਰ, ਠੀਕ ਹੈ। ਦੋਨਾਂ ਦਾ ਪ੍ਰਿੰਸੀਪਲ ਸੇਮ ਹੈ। ਕੀ ਪ੍ਰਿੰਸੀਪਲ ਹੈ ਕਿ ਅਸੀਂ ਸਟਾਰਟਿੰਗ ਦੇ ਵਿੱਚ ਹੀ ਕੀਤਾ ਹੈ ਕਿ ਪੀਐਨ ਜੰਕਸ਼ਨ ਡਾਇਓਡ ਅਲਾਉਸ ਕਰੰਟ ਵੈਨ it is forward bias and does not allow current when it is a reverse bias। देखो जो ਤੁਹਾਨੂੰ ਹਾਫ ਵੇਵ ਰੈਕਟੀਫਾਇਰ ਪੁੱਛਿਆ ਜਾਂਦਾ ਤਾਂ ਸਿੰਗਲ ਡਾਇਓਡ ਵਾਲੀ ਡਾਇਗਰਾਮ ਅਸੀਂ ਬਣਾਉਣੀ ਹੈ ਤੇ ਉਹਦੇ ਨਾਲ ਇਹ ਵੇਵ ਫਾਰਮ ਬਣਾਉਣੇ ਆ, ਠੀਕ ਹੈ। ਜੇ ਤੁਹਾਨੂੰ ਫੁੱਲ ਵੇਵ ਰੈਕਟੀਫਾਇਰ ਪੁੱਛਿਆ ਜਾਂਦਾ ਹੈ ਤਾਂ ਉਹਦੇ ਨਾਲ ਅਸੀਂ ਇਹ ਵਾਲੀ ਦੋ ਡਾਇਓਡ ਵਾਲੀ ਡਾਇਗਰਾਮ ਬਣਾਉਣੀ ਹੈ ਜਿਹਨੂੰ ਸੈਂਟਰ ਟੈਪ ਵੀ ਕੀਤਾ ਗਿਆ ਹੈ। ਹਾਂ, ਇਹਦੇ ਵਿੱਚ ਵੀ ਇੱਕ ਪ੍ਰੋਬਲਮ ਆਏਗੀ ਜੀ, ਜਿਹੜੀ ਅਸੀਂ ਗੱਲ ਕਰ ਰਹੇ ਸੀਗੇ ਕਿ ਜਦੋਂ ਅਸੀਂ ਸੈਂਟਰ ਤੇ ਟੈਪ ਕਰਤਾ ਤਾਂ ਜੋ ਡਾਇਓਡ ਨੂੰ ਵੋਲਟੇਜ ਅਵੇਲੇਬਲ ਹੈ ਉਹ ਹਾਫ ਵੋਲਟੇਜ ਅਵੇਲੇਬਲ ਹੈ ਜਿੰਨੀ ਇੱਥੇ ਅਵੇਲੇਬਲ ਸੀ ਪੂਰੇ 'ਚ। ਤਾਂ ਅਸੀਂ ਸੈਂਟਰ 'ਚੋਂ ਕਨੈਕਸ਼ਨ ਲੈ ਲਿਆ ਨਾ, ਤਾਂ ਪੂਰੀ ਵੋਲਟੇਜ ਡਾਇਓਡ ਨੂੰ ਅਵੇਲੇਬਲ ਨਹੀਂ ਹੈ, ਉਹਨੂੰ ਹਾਫ ਵੋਲਟੇਜ ਅਵੇਲੇਬਲ ਹੈ ਸਿਰਫ, ਠੀਕ ਹੈ। ਤਾਂ ਇਸ ਚੀਜ਼ ਨੂੰ ਰਿਮੂਵ ਕਰਨ ਲਈ ਅਸੀਂ ਇੱਕ ਫਰਦਰ ਇਸ ਦੇ ਵਿੱਚ ਇੰਪਰੂਵਮੈਂਟ ਕਰਦੇ ਹਾਂ ਕਿ ਅਸੀਂ 4 ਡਾਇਓਡਸ ਯੂਜ਼ ਕਰਕੇ ਫੁੱਲ ਵੇਵ ਰੈਕਟੀਫਾਇਰ ਬਣਾਉਂਦੇ ਹਾਂ, ਠੀਕ ਹੈ। ਚਲੋ ਉਹ ਥੋੜ੍ਹਾ ਜ਼ਿਆਦਾ ਕੰਪਲੀਕੇਟਡ ਹੋ ਜਾਂਦਾ ਹੈ, ਨੋਟ ਇਨ ਸਿਲੇਬਸ। ਤਾਂ ਅਸੀਂ 2 ਡਾਇਓਡਸ ਨਾਲ ਹੀ ਕੰਮ ਚਲਾਉਂਦੇ ਹਾਂ। ਅਸੀਂ ਸਿਰਫ ਰੈਕਟੀਫਾਇਰ ਦਾ ਪ੍ਰੋਸੀਜਰ ਸਮਝਣਾ ਕਿ ਵਟ ਇਜ਼ ਰੈਕਟੀਫਿਕੇਸ਼ਨ, ਠੀਕ ਹੈ। ਅਸੀਂ ਜ਼ਿਆਦਾ ਇੱਥੇ ਟੈਕਨੀਕਲ ਡਿਟੇਲਸ ਦੇ ਵਿੱਚ ਨਹੀਂ ਜਾਣਾ ਕਿ ਹਾਊ ਇਟ ਇਜ਼ ਡਨ ਇਨ ਡਿਟੇਲ, ਉਹ ਹਾਇਰ ਕਲਾਸਿਸ ਦੇ ਵਿੱਚ ਤੁਸੀਂ ਸਟੱਡੀ ਕਰੋਗੇ। ਤਾਂ ਆਪਾਂ ਕੀ ਸਮਝਿਆ ਜੀ ਪਹਿਲਾਂ ਤਾਂ ਇਸ ਟੌਪਿਕ ਦੇ ਵਿੱਚ ਪੂਰੇ ਦੇ ਵਿੱਚ ਕਿ ਡਾਇਓਡ ਜਦੋਂ ਫਾਰਵਰਡ ਬਾਇਸ ਹੁੰਦਾ ਤਾਂ ਕੰਡਕਟ ਕਰਦਾ ਹੈ ਜੀ, ਰਿਵਰਸ ਬਾਇਸ ਹੁੰਦਾ ਕੰਡਕਟ ਨਹੀਂ ਕਰਦਾ, ਠੀਕ ਹੈ ਜੀ। ਇਹ ਰੈਕਟੀਫਾਇਰ ਦਾ ਪ੍ਰਿੰਸੀਪਲ ਹੈ। ਫਿਰ ਰੈਕਟੀਫਾਇਰ ਦੋ ਤਰ੍ਹਾਂ ਦੇ ਆ ਜੀ, ਹਾਫ ਵੇਵ ਰੈਕਟੀਫਾਇਰ ਤੇ ਫੁੱਲ ਵੇਵ ਰੈਕਟੀਫਾਇਰ। ਹਾਫ ਵੇਵ ਰੈਕਟੀਫਾਇਰ ਦੇ ਵਿੱਚ ਇੱਕ ਡਾਇਓਡ ਯੂਜ਼ ਹੁੰਦਾ, ਫੁੱਲ ਵੇਵ ਰੈਕਟੀਫਾਇਰ ਦੇ ਵਿੱਚ 2 ਡਾਇਓਡ ਯੂਜ਼ ਹੁੰਦੇ ਆ। ਹਾਫ ਵੇਵ ਰੈਕਟੀਫਾਇਰ ਦੇ ਵਿੱਚ ਕੀ ਹੁੰਦਾ ਜੀ, ਹਾਫ ਵੇਵ ਜੋ ਹੈ ਉਹ ਰਿਮੂਵ ਕਰ ਦਿੰਦਾ ਅਤੇ ਹਾਫ ਵੇਵ ਉਸੇ ਤਰੀਕੇ ਨਾਲ ਪਾਸ ਕਰਨ ਦਿੰਦਾ ਹੈ। ਅਤੇ ਫੁੱਲ ਵੇਵ ਰੈਕਟੀਫਾਇਰ ਦੇ ਵਿੱਚ ਅਸੀਂ 2 ਡਾਇਓਡ ਯੂਜ਼ ਕਰਦੇ ਹਾਂ ਅਤੇ ਦੋਨੋਂ ਵੇਵ ਦੇ ਅਕੋਰਡਿੰਗ ਆਊਟਪੁੱਟ ਆਉਂਦੀ ਹੈ, ਬਟ ਨੈਗੇਟਿਵ ਪੋਰਸ਼ਨ ਨੂੰ ਰਿਮੂਵ ਨਹੀਂ ਕਰਦਾ, ਨੈਗੇਟਿਵ ਪੋਰਸ਼ਨ ਨੂੰ ਪੋਜ਼ੀਟਿਵ ਬਣਾ ਦਿੰਦਾ ਹੈ, ਠੀਕ ਹੈ। ਯੂਨੀ ਡਾਇਰੈਕਸ਼ਨਲ ਹੋ ਜਾਂਦੀ ਹੈ ਬਟ ਸਟੈਡੀ ਨਹੀਂ ਹੁੰਦੀ, ਠੀਕ ਹੈ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਡਾਇਓਡ ਹੈ ਉਹ ਰੈਕਟੀਫਾਈ ਕਰ ਰਿਹਾ ਹੈ। ਕਿਤੇ ਨਾ ਕਿਤੇ ਇਨ ਸਮ ਵਰਡਸ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਡਾਇਓਡ ਕੀ ਕਰਦਾ ਹੈ, ਇਟ ਕਨਵਰਟਸ AC ਇਨਟੂ DC, ਠੀਕ ਹੈ। ਬਟ ਨੋਟ ਐਗਜ਼ੈਕਟਲੀ, ਬਟ ਅਸੀਂ ਐਗਜ਼ੈਕਟਲੀ ਨਹੀਂ ਇਹ ਕਹਿ ਸਕਦੇ ਕਿਉਂਕਿ DC 'ਚ ਨਹੀਂ ਕਰ ਰਿਹਾ। DC 'ਚ ਕਨਵਰਟ ਕਰਨ ਲਈ ਅੱਗੇ ਹੋਰ ਬਹੁਤ ਸਾਰੇ ਸਰਕਟ ਲਗਾਉਣੇ ਪੈਣਗੇ, ਅੱਗੇ ਹੋਰ ਬਹੁਤ ਸਾਰੇ ਫਿਲਟਰ ਸਰਕਟ ਲਗਾਉਣੇ ਪੈਣਗੇ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਇੱਕ ਡਾਇਰੈਕਸ਼ਨ 'ਚ ਕਰੰਟ ਪਾਸ ਕਰਨ ਦਿੰਦਾ ਹੈ, ਠੀਕ ਹੈ, ਜੋ ਡਾਇਓਡ ਹੈ। ਤਾਂ ਹੁਣ ਦੇਖੋ ਬੇਟਾ, ਪ੍ਰੋਬਲਮ ਆਉਂਦੀ ਹੈ ਜਦੋਂ ਇਸ ਤਰ੍ਹਾਂ ਦੇ ਸਰਕਟਸ ਆ ਜਾਂਦੇ ਆ ਇਹਨਾਂ ਨੂੰ ਐਕਸਪਲੇਨ ਕਰਨ ਦੇ ਵਿੱਚ। ਤਾਂ ਮੈਂ ਬਹੁਤ ਬਿਲਕੁਲ ਮਿਨੀਮਮ ਮਾਰਕ ਕੀਤਾ ਹੈ ਕਿ ਤੁਸੀਂ ਇਹਨਾਂ ਲਾਈਨਸ ਨੂੰ ਬੇਸ ਬਣਾ ਕੇ ਇਸ ਦੇ ਅਰਾਊਂਡ ਲਿਖ ਸਕਦੇ ਹੋ, ਜਾਂ ਮੈਂ ਕੁਝ ਨੋਟਸ ਜਿਹੜੇ ਆ ਉਹ ਅਪਲੋਡ ਕਰ ਦੂੰਗਾ ਇਨ ਸਮ ਸਿੰਪਲ ਲੈਂਗੁਏਜ ਸੋ ਦੈਟ ਯੂ ਕੈਨ ਡਾਊਨਲੋਡ ਫਰੋਮ ਦੋਜ਼ ਨੋਟਸ ਫਰੋਮ ਡਿਸਕ੍ਰਿਪਸ਼ਨ ਬਾਕਸ। ਤਾਂ ਆਈ ਹੋਪ ਕਿ ਤੁਹਾਨੂੰ ਰੈਕਟੀਫਿਕੇਸ਼ਨ ਦਾ ਪ੍ਰੋਸੈਸ ਜੋ ਹੈ ਉਹ ਸਮਝ ਲੱਗ ਗਿਆ ਹੋਏਗਾ, ਠੀਕ ਹੈ। ਸੋ ਆਲ ਦਾ ਬੈਸਟ, ਹੈਵ ਅ ਨਾਈਸ ਡੇ।